ਦੋਸਤੋ ਵੇਲੇ ਦੀ ਗੱਲ 'ਚ ਤੁਹਾਡਾ ਬਹੁਤ-ਬਹੁਤ ਸਵਾਗਤ। ਮੈਂ ਤੁਹਾਡਾ ਮੇਜ਼ਬਾਨ ਨਰਿੰਦਰ ਸਿੰਘ। ਸਾਡੇ ਨਾਲ ਅੱਜ ਗੱਲਬਾਤ ਕਰਨ ਲਈ ਆਏ ਹੋਏ ਨੇ ਉੱਘੇ ਪੱਤਰਕਾਰ ਹਮੀਰ ਸਿੰਘ ਜੀ। ਹਮੀਰ ਜੀ, ਤੁਹਾਡਾ ਸਵਾਗਤ। ਜੀ ਸ਼ੁਕਰੀਆ। ਪੰਜਾਬ ਸਰਕਾਰ ਹੋਰ ਰਾਜਾਂ ਦੇ ਮੁਕਾਬਲੇ ਆਪ 10 ਦਿਨ ਬਾਅਦ ਕਣਕ ਦੀ ਖਰੀਦ ਸ਼ੁਰੂ ਕਰ ਰਹੀ ਹੈ, ਜਿਹੜੀ ਕੱਲ੍ਹ ਤੋਂ ਹੋਣੀ ਹੈ। ਪਰ ਹਾਲੇ ਤੱਕ ਕੁਝ ਵੀ ਨਹੀਂ ਹੋ ਰਿਹਾ ਕਿਉਂਕਿ ਸਿੱਧੀ ਅਦਾਇਗੀ ਦਾ ਪੇਚ ਹੈ ਉਹ ਫਸਿਆ ਹੋਇਆ। ਸੈਂਟਰ ਨੇ ਸਾਫ਼ ਕਹਿਤਾ ਕਿ ਉਹ ਇਸ ਕੰਮ 'ਤੇ ਕਰੂਗੀ, ਪਰ ਉਹ ਜਿਹੜਾ ਜ਼ਮੀਨੀ ਰਿਕਾਰਡ ਆ ਉਹ ਅੱਗੇ ਪੈਂਡਿੰਗ ਕਰ ਦੂਗੀ। ਅਤੇ ਇਹ ਸਾਰੇ ਮਸਲੇ 'ਤੇ ਸਾਡੇ ਨਾਲ ਦੱਸਣਗੇ ਹਮੀਰ ਜੀ। ਇਹ ਹੁਣ ਕੀ ਨਿਕਲੂਗਾ ਦਾ ਹੱਲ? ਇੱਕ ਤਾਂ ਇਹੀ ਹੈ ਕਿ ਲੰਮੇ ਸਮੇਂ ਤੋਂ ਆ ਕੇ ਹੁਣ ਉਸ ਸਮੇਂ ਫਸਿਆ ਇਹ ਮਾਮਲਾ ਜਦੋਂ ਬਿਲਕੁਲ ਸੀਜ਼ਨ ਕਣਕ ਤਾਂ ਪਹਿਲਾਂ ਤੋਂ ਵੀ ਥੋੜ੍ਹੀ ਆਉਣ ਲੱਗ ਗਈ ਸੀ। ਅੱਗੇ 1 ਅਪ੍ਰੈਲ ਤੋਂ ਖਰੀਦ ਹੁੰਦੀ ਹੈ ਨਾਰਮਲੀ, ਬਾਕੀ ਰਾਜ ਕਰ ਹੀ ਰਹੇ ਨੇ, ਹਰਿਆਣਾ ਵੀ ਤੇ ਸਾਡੇ 10 ਕਰਤੀ ਹੈ। ਪਰ ਇਹ ਮਾਮਲਾ ਜਿਹੜਾ ਸਿੱਧੀ ਅਦਾਇਗੀ ਦਾ, ਇਹ ਅਸਲ 'ਚ 2012 ਤੋਂ ਰੇੜਕਾ ਚੱਲ ਰਿਹਾ, ਅੱਜ ਦਾ ਨਹੀਂ ਰੇੜਕਾ ਚੱਲ ਰਿਹਾ। ਅਤੇ ਉਦੋਂ ਤੋਂ ਬਾਅਦ 2013 ਦੇ ਵਿੱਚ ਅਕਾਲੀ ਬੀਜੇਪੀ ਗੌਰਮੈਂਟ ਨੇ ਇੱਕ ਕੰਮ ਕਰ ਲਿਆ ਸੀਗਾ ਵਿੱਚ ਵਿਚਾਲਾ ਜਿਹਾ ਕਰਕੇ ਕਿ ਜੀ ਆਪਸ਼ਨ ਦੇ ਦਿਓ ਕਿਸਾਨਾਂ ਨੂੰ ਕਿ ਉਹ ਆੜ੍ਹਤੀਏ ਦੇ ਰਾਹੀਂ ਲੈਣਾ ਚਾਹੁੰਦੇ ਨੇ ਜਾਂ ਡਾਇਰੈਕਟ ਕਰਨਾ ਚਾਹੁੰਦੇ ਨੇ। ਉਦੋਂ ਤਾਂ ਕਿਉਂਕਿ ਇੱਕ ਸਾਂਝੇ ਰੂਪ ਦੇ ਵਿੱਚ ਸਰਕਾਰ ਸੀਗੀ, ਉਹ 13 ਕਰਕੇ ਇਹ ਹੋ ਗਿਆ ਅਤੇ ਉਦੋਂ ਬਾਅਦ 14 'ਚ ਆ ਗਈ ਬੀਜੇਪੀ ਦੀ ਗੌਰਮੈਂਟ। ਉਦੋਂ ਇੱਕ ਹੌਲੀ ਕਹਿੰਦੇ ਨੇ ਵੀ ਚੱਲ ਇੱਕ ਸਟੈਪ ਅੱਗੇ ਚੱਲੂ, ਇੱਕ ਸਟੈਪ ਅੱਗੇ ਚੱਲੂ, ਅਜੇ ਮੰਨ ਲੈਂਦੇ ਹਾਂ। ਅਤੇ ਚਲਦੇ ਹੁਣ ਅਸਲ 'ਚ ਆ ਕੇ ਇੱਥੇ ਪੇਚ ਫਸ ਗਿਆ। ਅਸਲ 'ਚ ਮਾਮਲੇ ਦੋ ਨੇ ਇਹ ਆੜ੍ਹਤੀ ਸਿਸਟਮ ਦੇ ਵਿੱਚ, ਇੱਕ ਨਹੀਂ ਹੈ। ਜਦੋਂ ਇਹਨੂੰ ਰਲਗੱਡ ਕਰਦੇ ਆ ਤਾਂ ਮਾਮਲਾ ਸਮਝ ਨਹੀਂ ਆਉਂਦਾ। ਆੜ੍ਹਤੀ ਇੱਕ ਤਾਂ ਕਿਸਾਨਾਂ ਨੂੰ ਖਰੀਦ ਵੇਚ 'ਚ ਮਦਦ ਕਰਦਾ, ਉਹਦਾ 2.5% ਕਮਿਸ਼ਨ ਲੈਂਦਾ। ਉਹਦਾ ਕਮਿਸ਼ਨ ਤੋਂ ਇਲਾਵਾ ਜਿਹੜਾ ਦੂਜਾ ਵੱਡਾ ਕੰਮ ਹੈ ਜਿਹਦੇ 'ਚ ਉਹਦੀ ਜ਼ਿਆਦਾ ਆਮਦਨ ਹੈ, ਉਹ ਆਮਦਨ ਹੈ ਕਿ ਉਹ ਕਿਸਾਨਾਂ ਨੂੰ ਫਾਈਨਾਂਸ ਵੀ ਕਰਦਾ, ਪੈਸਾ ਦਿੰਦਾ। ਜਦੋਂ ਜਿਹੜਾ 9 ਮਾਸ ਦਾ ਰਿਸ਼ਤਾ ਤੇ ਵੀ ਰਾਤ ਨੂੰ ਆ ਕੇ ਪੈਸੇ ਲੈ ਜਾਂਦਾ, ਦਿਨ ਨੂੰ ਜਦੋਂ ਮਰਜ਼ੀ ਲੈ ਲਓ। ਤਾਂ ਜਿਹੜੀ ਫਸਲ ਉਹਦੇ ਥਰੂ ਜਾਂਦੀ ਹੈ ਪੇਮੈਂਟ, ਇਹ ਉਹਦੇ ਲਈ 100% ਗਰੰਟੀ ਹੈ ਵਾਪਸੀ ਦੀ, ਪੈਸਾ ਵਾਪਸੀ ਦੀ ਗਰੰਟੀ ਹੈ। ਅਤੇ ਇਹ ਗਰੰਟੀ ਜੇ ਚਲੀ ਜਾਂਦੀ ਹੈ ਤਾਂ ਆੜ੍ਹਤੀ ਨੂੰ ਇਹ ਲੱਗਦਾ ਹੈ ਕਿ ਫਿਰ ਮੇਰਾ ਪੈਸਾ ਮੁੜਨ ਦੀਆਂ ਸੰਭਾਵਨਾਵਾਂ ਘੱਟ ਜਾਣਗੀਆਂ ਅਤੇ ਫਿਰ ਮੇਰਾ ਕੰਮ ਖੜ੍ਹ ਜਾਊਗਾ ਜਾਂ ਬਾਕੀ ਦੀਆਂ ਚੀਜ਼ਾਂ ਨੇ। ਇਹ ਅਸਲ 'ਚ ਵੱਡਾ ਸਵਾਲ ਸੀ ਉਦੋਂ ਵੀ, 2012-13 'ਚ ਵੀ ਅਤੇ ਅੱਜ ਵੀ। ਕਿਸਾਨ ਜਥੇਬੰਦੀਆਂ ਡਾਇਰੈਕਟ ਪੇਮੈਂਟ ਦੀ ਬਹੁਤ ਸਾਰੀਆਂ ਮੰਗ ਕਰਦੀਆਂ ਰਹੀਆਂ ਨੇ, ਐਸੀ ਕੋਈ ਗੱਲ ਉਦੋਂ ਪਹਿਲਾਂ ਵੀ ਕਰਦੀਆਂ ਰਹੀਆਂ ਨੇ। ਪਰ ਜਿਹੜਾ ਮੁੱਦਾ ਸਮਝਣਾ ਸੀ ਸਾਡੀਆਂ ਪੋਲੀਟੀਕਲ ਪਾਰਟੀਆਂ ਨੇ, ਸੁਧਾਰਨਾ ਸੀ ਪੰਜਾਬ ਦੀਆਂ ਨੇ, ਚਾਹੇ ਉਹ ਅਕਾਲੀ ਦਲ ਸੀ, ਚਾਹੇ ਉਹ ਕਾਂਗਰਸ ਹੈ, ਚਾਹੇ ਉਹ ਜਿਹੜਾ ਮਰਜ਼ੀ ਹੈ, ਕਿ ਤੁਸੀਂ ਉਹ ਜਿਹੜਾ ਫਾਈਨਾਂਸ ਵਾਲਾ ਹਿੱਸਾ ਹੈ ਉਹਦੇ ਲਈ ਇੱਕ ਕਾਨੂੰਨ ਬਣਾਉਣਾ ਸੀ। ਕਾਨੂੰਨ ਬਣਾਉਣ ਦੇ ਵਿੱਚ ਤੁਹਾਨੂੰ ਉਹ ਸਾਹੂਕਾਰ ਦੇ ਤੌਰ 'ਤੇ ਰਜਿਸਟਰਡ ਕਰਨਾ ਸੀ ਉਹਨਾਂ ਲਈ ਇੱਕ ਜਿਹੜੇ ਬੋਰਡ ਬਣਾਉਣੇ ਸੀਗੇ, ਉਹ ਸਾਰੀਆਂ ਚੀਜ਼ਾਂ ਕਰਨੀਆਂ ਸੀ। ਜਾਂਦੇ ਅਕਾਲੀ 2017 ਦੇ ਵਿੱਚ ਇੱਕ ਬਣਾ ਕੇ ਕਾਨੂੰਨ ਐਵੇਂ ਹੀ ਟੁੱਟਿਆ ਫੁੱਟਿਆ ਜਾਂ ਜਿਹਦਾ ਕੋਈ ਗੱਲ ਨਹੀਂ, ਅਮਲ 'ਚ ਨਹੀਂ ਆਇਆ। ਫਿਰ ਇਹਨਾਂ ਨੇ ਇੱਕ ਕਮੇਟੀ ਬਣਾਤੀ ਕੈਬਨਿਟ ਮਿਨਿਸਟਰਾਂ ਦੀ, ਅਮਰਿੰਦਰ ਸਿੰਘ ਨੇ ਆ ਕੇ, ਉਹ ਵੀ ਉੱਥੇ ਹੀ ਠੱਪ ਪਿਆ, ਉਹ ਮਾਮਲਾ ਹੀ ਨਹੀਂ ਛੇੜਿਆ ਅਸਲ 'ਚ। ਪਰ ਹਮੀਰ ਜੀ, ਮੈਨੂੰ ਯਾਦ ਹੈ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਪਿਛਲੀ ਸਰਕਾਰ ਸੀ, ਉਦੋਂ ਵੀ ਇਹਨਾਂ ਨੇ ਖੁਦ ਕਿਹਾ ਵੀ ਸਿੱਧੀ ਅਦਾਇਗੀ ਕਰਾਂਗੇ ਅਸੀਂ, ਚਾਹੀਦੀ ਹੈ ਉਸ ਵੇਲੇ। ਹੁਣ ਤੱਕ ਜਦੋਂ ਹੁਣ 4 ਸਾਲ ਹੋ ਗਏ ਸਰਕਾਰ ਨੂੰ, ਉਹ ਪਿਛਲੀ ਵਾਲੀ ਗੱਲ ਤਾਂ ਚਲੋ ਇਹਨਾਂ ਦੇ ਕੋਈ ਮਨ 'ਚ ਸੀਗੀ, ਉਹ ਹਾਲੇ ਤੱਕ 4 ਸਾਲਾਂ 'ਚ ਲਾਗੂ ਹੀ ਨਹੀਂ ਕਰ ਸਕੇ ਕੋਈ। ਨਹੀਂ, ਉਹਦੇ 'ਚ ਰੌਲਾ ਇਹੀ ਪੈਂਦਾ ਨਾ ਕਿ ਆੜ੍ਹਤੀ ਦਾ ਵੀ ਆਪਦਾ ਪ੍ਰੈਸ਼ਰ ਸੀ। ਕਮੇਟੀਆਂ ਬਣੀਆਂ 2006 'ਚ, ਅਮਰਿੰਦਰ ਸਿੰਘ ਨੇ ਇੱਕ ਉਹਦਾ ਡਰਾਫਟ ਬਣਾ ਲਿਆ ਸੀ ਐਕਟ ਦਾ, ਜਿਹੜਾ ਜਿਹਨੂੰ ਸਰ ਛੋਟੂ ਰਾਮ ਦੇ ਨੇੜੇ ਤੇੜੇ ਐਕਟ ਕਹਿੰਦੇ ਨੇ, ਵੀ ਉਹ ਐਕਟ ਬਣੂਗਾ ਤਾਂ ਕਿ ਫਿਰ ਜਿਹੜਾ ਸ਼ੋਸ਼ਣ ਨਾ ਹੋਵੇ ਕਿਸਾਨ ਦਾ ਥਰੂ ਆੜ੍ਹਤੀ ਵੀ। ਬਿਨਾਂ ਸ਼ੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਇੱਕ ਰਿਪੋਰਟ ਸੀ ਜਿਹੜੇ ਪੰਜਾਬ ਗੌਰਮੈਂਟ ਨੇ ਕਰਾਏ ਸੀ ਸਟੱਡੀ, ਉਹਦੇ 'ਚ ਸੀਗਾ ਕਿ ਕਿਸਾਨਾਂ ਦਾ ਸ਼ੋਸ਼ਣ ਤਾਂ ਹੋ ਹੀ ਰਿਹਾ, 36% ਤੱਕ ਵਿਆਜ ਵੀ ਲਿਆ ਜਾ ਰਿਹਾ, ਬਾਕੀ ਚੀਜ਼ਾਂ ਵੀ ਨੇ। ਜਾਂ ਜਿਹੜਾ ਮਾੜਾ ਕਿਸਾਨ ਹੈ ਉਹਨੂੰ ਪਰਚੀ ਸਿਸਟਮ ਚੱਲਦਾ ਹੈ ਕਿ ਕਿਤੋਂ ਵੀ ਜਾ ਕੇ ਤੂੰ ਇੱਥੋਂ ਤੇਲ ਭਰਾ ਲਈ, ਤੈਨੂੰ ਪਰਚੀ ਦੇਤੀ, ਇੱਥੋਂ ਤੂੰ ਜੁੱਤੇ ਲੈ ਲਈ, ਇੱਥੋਂ ਤੂੰ ਕੱਪੜਾ ਲੈ ਲਈ, ਪਰਚੀ ਦੇਤੀ, ਸਬ ਸਟੈਂਡਰਡ ਮਾਲ ਮਿਲਦਾ, ਮਹਿੰਗੇ ਰੇਟ 'ਤੇ ਮਿਲਦਾ। ਇਹ ਉਹ ਰਿਪੋਰਟ ਦੀਆਂ ਮਤਲਬ ਲੱਭਤਾਂ ਸੀਗੀਆਂ। ਇਸੇ ਕਰਕੇ ਉਹ ਕਹਿੰਦੇ ਸੀ ਕਿ ਕਿਸਾਨਾਂ ਦੀ ਜੇ ਪੇਮੈਂਟ ਡਾਇਰੈਕਟ ਹੋਏਗੀ, ਜਿਹੜਾ ਉਹ ਕਰਜ਼ਾ ਲੈਂਦਾ ਹੈ ਇਹਦਾ ਲੈਣ ਦੇਣ ਇੱਕ ਅਲੱਗ ਕਾਨੂੰਨ ਦੇ ਤਹਿਤ ਹੋਣਾ ਚਾਹੀਦਾ। ਜਿਹੜਾ ਉਹ ਕਮਿਸ਼ਨ ਦਾ ਸਵਾਲ ਹੈ ਉਹ ਅਲੱਗ ਸਵਾਲ ਹੈ, ਉਹ ਫਸਲ ਵੇਚਦਾ, ਇਹ ਚੱਲਦਾ ਸੀ। ਪਰ ਹੁਣ ਜਿਹੜਾ ਮੌਕਾ ਇਸ ਸਮੇਂ ਹੈ, ਇਸ ਸਮੇਂ ਮੌਕੇ 'ਤੇ ਇਹ ਹੈ ਕਿ ਕਿਸਾਨ ਜਥੇਬੰਦੀਆਂ ਅਤੇ ਬਾਕੀ ਕਹਿੰਦੇ ਸੀ ਵੀ ਇੱਕ ਨਵਾਂ ਮੁੱਦਾ ਇਸ ਸਮੇਂ ਨਾ ਛੇੜਿਆ ਜਾਏ, ਕਿਉਂਕਿ ਇੱਕ ਅੰਦੋਲਨ 3 ਕਾਨੂੰਨਾਂ ਦੇ ਖਿਲਾਫ ਚੱਲ ਰਿਹਾ। ਉਹਦੇ ਲਈ ਆੜ੍ਹਤੀ ਵੀ, ਉਹਦੇ ਲਈ ਮਜ਼ਦੂਰ ਵੀ, ਉਹਦੇ ਲਈ ਕਿਸਾਨ ਵੀ, ਸਾਰੇ ਇਕੱਠੇ ਲੜ ਰਹੇ ਨੇ। ਅਤੇ ਕੇਂਦਰ ਸਰਕਾਰ ਨੂੰ ਬੜੇ ਲੇਟ ਗਏ ਮਿਲਣ, ਜਦੋਂ ਪਹਿਲਾਂ ਤੋਂ ਹੀ ਕਹਿ ਰਹੀ ਹੈ। ਪਹਿਲਾਂ ਮੰਤਰੀ ਕਿਉਂ ਨਹੀਂ ਗਏ? ਪਹਿਲਾਂ ਚੀਫ ਮਿਨਿਸਟਰ ਨੇ ਕੀ ਕੀਤਾ ਅਤੇ ਹੁਣ ਮੰਤਰੀ ਭੇਜੇ ਨੇ, ਅਤੇ ਮੰਤਰੀ ਸਰੈਂਡਰ ਕਰਕੇ ਆ ਗਏ ਆਪਣੇ ਵੱਲੋਂ। ਤਾਂ ਇਹ ਤੋਂ ਪਹਿਲਾਂ ਵੀ ਕੀਤਾ ਅਤੇ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਚਾਰਾ ਨਹੀਂ, ਹੁਣ ਆਪਾਂ ਸਿੱਧੀ ਪੇਮੈਂਟ ਹੀ ਕਰਾਂਗੇ। ਅੱਜ ਆੜ੍ਹਤੀਆਂ ਨਾਲ ਵੀ ਮੀਟਿੰਗ ਸੀ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਨੂੰ ਬੁਲਾਇਆ ਹੋਇਆ ਸੀ, ਉਹਦੇ ਨਾਲ ਵੀ ਨਹੀਂ ਗੱਲ
ਹੁਣ ਉਹ ਬਾਇਆ ਮੀਡੀਆ ਇਹ ਕੱਢਣਾ ਚਾਹੁੰਦੇ ਨੇ। ਗੱਲ ਤਾਂ ਇਹ ਕਲੀਅਰ ਹੋ ਗਈ ਕਿ ਸਿੱਧੀ ਪੇਮੈਂਟ ਹੋਣੀ ਹੈ, ਪੰਜਾਬ ਸਰਕਾਰ ਮੰਨੀ ਬੈਠੀ ਹੈ ਤੇ ਬਾਕੀ ਨੇ। ਔਰ ਦੂਜੀ ਗੱਲ ਇਹ ਹੈ ਕਿ ਹੁਣ ਉਹ ਇਹ ਚਾਹੁੰਦੇ ਨੇ ਆੜਤੀ ਕਿ ਸਾਡੇ ਉਸ ਪੈਸੇ ਦੀ ਗਰੰਟੀ ਦਾ ਕੋਈ ਤਰੀਕਾ ਕਰੋ। ਜਿਹੜੀ ਪਹਿਲਾਂ ਫਸਲ ਦੇ ਪੇਮੈਂਟ ਦੇ ਰੂਪ ਚ ਆਉਂਦੀ ਸੀ, ਹੁਣ ਉਹ ਹੋਰ ਕਰੋ। ਇਹਦੇ ਨਾਲ ਕੋਈ ਤਰੀਕਾ ਅਜੇ ਵਿੱਚ ਫਸਿਆ ਹੋਇਆ। ਅਗਲਾ ਸਵਾਲ ਇਹ ਹੈ ਕਿ ਮੇਰੇ ਖਿਆਲ ਹੈ ਕਿ ਪੰਜਾਬ ਦੀਆਂ ਪਾਰਟੀਆਂ ਇੱਕ ਦੂਜੇ ਦੇ ਬਲੇਮਬਾਜ਼ੀ 'ਚ ਪੈ ਗਈਆਂ ਨੇ। ਅਕਾਲੀ ਦਲ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਅਮਰਿੰਦਰ ਤੇ ਮੋਦੀ ਮਿਲੇ ਹੋਏ ਨੇ। ਮਿਲੇ ਤਾਂ ਤੁਸੀਂ ਸਾਰੇ ਹੀ ਮੇਰੇ ਖਿਆਲ ਉਦੋਂ ਤੋਂ ਲੈ ਕੇ ਉਹ ਤੁਸੀਂ ਸਟੈਂਡ ਇੱਕ ਨਹੀਂ ਲਿਆ ਅਸਲ 'ਚ ਇਹਨਾਂ ਨੇ। ਜੇ ਸਟੈਂਡ ਬਣਦਾ ਸੀ ਸ਼ੁਰੂ ਤੋਂ ਤਾਂ ਇੱਕੋ ਹੀ ਸਟੈਂਡ ਬਣਦਾ ਸੀ। ਉਹ ਸਟੈਂਡ ਇਹ ਸੀਗਾ ਕਿ ਜਿਹੜੀ ਖਰੀਦ ਦੇ ਮਾਮਲੇ ਨੇ ਉਹ ਸਟੇਟ ਸਬਜੈਕਟ ਹੈ, ਇਸੇ ਲਈ APMC ਐਕਟ ਬਣੇ ਹੋਏ ਨੇ ਔਰ ਉਹ APMC ਐਕਟ ਦੇ ਮੁਤਾਬਕ ਹੀ ਪੇਮੈਂਟਾਂ ਹੋਣੀਆਂ ਚਾਹੀਦੀਆਂ ਨੇ। ਕੇਂਦਰ ਸਰਕਾਰ ਦਾ ਦਖਲ ਨਹੀਂ ਉਹ 'ਚ ਹੋਣਾ ਚਾਹੀਦਾ। ਉਹਨੂੰ ਹਾਂ ਇੱਥੋਂ ਦੇ ਲੋਕ ਅੰਦੋਲਨ ਕਰਨਗੇ, ਕਿਸਾਨ ਕਹਿਣਗੇ ਸਿੱਧੀ ਪੇਮੈਂਟ ਹੋਵੇ, ਠੀਕ ਹੈ, ਸਿੱਧੀ ਪੇਮੈਂਟ ਹੋਣੀ ਚਾਹੀਦੀ, ਜਦ ਕਿ ਕਿਸਾਨ ਕਹਿ ਹੀ ਰਹੇ ਸੀ ਇਹ ਤੋਂ ਪਹਿਲਾਂ। ਉਹਦੇ ਮੁਤਾਬਕ ਇਹਨਾਂ ਨੇ APMC ਅਮੈਂਡ ਨਹੀਂ ਕੀਤਾ। ਪਰ ਜਿਹੜੀ ਬਾਂਹ ਮਰੋੜਨੀ ਆ, ਹੁਣ ਕੇਂਦਰ ਨੇ ਇਹ ਕਹਿਤਾ ਕਿ ਜੇ ਨਹੀਂ ਤਾਂ ਇਹ ਮੰਨ ਲਓ, ਨਹੀਂ ਆਪਦੀ ਖਰੀਦ ਲਓ, ਜਿੱਥੋਂ ਖਰੀਦਣੀ ਅਸੀਂ ਤੁਹਾਡੇ ਨਾਲ ਨਹੀਂ ਹੈ। ਇਹ ਬਹੁਤ ਇੱਕ ਹੰਕਾਰੀ ਜਿਹੜਾ ਇੱਕ ਐਟੀਟਿਊਡ ਹੁੰਦਾ। ਆਫਟਰ ਆਲ ਇੱਕ ਸੰਵਿਧਾਨ ਹੈ, ਉਹਦੇ ਸਟੇਟ ਗੌਰਮੈਂਟ ਦੀ ਵੀ ਆਪਣੀ ਭੂਮਿਕਾ ਤੇ ਕੇਂਦਰ ਦੀ ਵੀ ਆਪਣੀ ਭੂਮਿਕਾ ਹੈ। ਜਦੋਂ ਇਸ ਮੌਕੇ ਆ ਕੇ ਤੁਸੀਂ ਇਹ ਕਰਦੇ ਹੋ, ਇਹੀ ਮੌਕੇ ਅਕਾਲੀ BJP ਨਾਲ ਇਹਨਾਂ ਨੇ ਕੀਤਾ ਸੀ 2017 ਚ, ਨਾਲੇ ਸਾਂਝੀ ਸਰਕਾਰ ਸੀ ਉੱਤੇ। ਉਹਨੇ ਕਿਹਾ 31,000 ਕਰੋੜ ਰੁਪਈਏ ਦਾ ਜਾਂ ਕਰਜ਼ਾ ਮੰਨ ਲਓ ਤੇ ਨਹੀਂ ਤਾਂ ਤੁਹਾਡੀ ਕਣਕ ਨਹੀਂ ਖਰੀਦਾਂਗੇ ਅਸੀਂ। ਤੇ ਇਸੇ ਚੱਕਰ ਦੇ ਵਿੱਚ ਜਿਹੜਾ ਇਹ ਬਾਂਹ ਮਰੋੜਨ ਦਾ ਇੱਕ ਤਰੀਕਾ ਹੈ ਕੇਂਦਰ ਸਰਕਾਰ ਦਾ, ਜ਼ਬਰਦਸਤੀ ਰਾਜ ਸਰਕਾਰਾਂ ਨੂੰ ਘਸਿਆਰੇ ਬਣਾਉਣ ਦਾ ਸਟੈਂਡ ਉਹਦੇ ਤੇ ਬਣਦਾ ਹੈ। ਸਟੈਂਡ ਬਾਕੀ ਤੇ ਨਹੀਂ। ਅਸੂਲਨ ਸਿੱਧੀ ਪੇਮੈਂਟ 'ਚ ਕੋਈ ਗਲਤੀ ਨਹੀਂ ਹੈ, ਅਸੂਲਨ ਸਿੱਧੀ ਪੇਮੈਂਟ ਹੋਣੀ ਚਾਹੀਦੀ ਹੈ, ਕਿਸਾਨ ਉਹਦੇ 'ਚ ਸੁਰਖਰੂ ਹੁੰਦਾ ਮੁਕਾਬਲਤਨ। ਪਰ ਨਾਲ ਦੀ ਨਾਲ ਇੱਕ ਹੋਰ ਕੰਮ ਵੀ ਕਰਨਾ ਪਊਗਾ। ਜਿਹੜਾ ਦਿਨ ਰਾਤ ਉਹਦੇ ਤੇ ਤੁਸੀਂ ਕਿਸਾਨ ਨੂੰ ਲੋਨ ਦਿੰਦੇ ਹੋ, ਕ੍ਰੌਪ ਲੋਨ ਜਾਂ ਮਸ਼ੀਨਰੀ ਤੇ ਲੋਨ, ਜਿਹੜੀਆਂ ਉਹਦੀਆਂ ਹੋਰ ਜ਼ਰੂਰਤਾਂ ਨੇ ਉਹਦੇ ਲਈ ਲੋਨ ਹੈ। ਉਹਨੇ ਬੱਚੇ ਦੀ ਫੀਸ ਦੇਣੀ ਹੈ, ਮੰਨ ਲਓ ਇਹਦੇ ਲਈ ਉਹਦੇ ਕੋਲ ਪੈਸੇ ਨਹੀਂ ਤਾਂ ਉਹ ਕਿੱਥੋਂ ਜਾਵੇ। ਉਹਦਾ ਕੋਈ ਬਿਮਾਰ ਹੋ ਗਿਆ, ਉਹਦੇ ਲਈ ਪੈਸੇ ਨਹੀਂ ਤਾਂ ਉਹ ਕਿੱਥੇ ਜਾਵੇ। ਉਹਦੇ ਲਈ ਵੀ ਜਾਂ ਤਾਂ ਕੋਈ ਸਿਸਟਮ ਬਣਾਓ, ਕੋਈ ਕ੍ਰਾਈਟੇਰੀਆ ਬਣਾਓ ਜਿਹਦੇ ਨਾਲ ਉਹਦੀ ਉਹ ਲੋੜ ਪੂਰੀ। ਜੇ ਉਹ ਲੋੜ ਪੂਰੀ ਨਹੀਂ ਹੋਊਗਾ, ਸਿੱਧੀ ਪੇਮੈਂਟ ਵੀ ਕਰ ਦੋਗੇ ਤਾਂ ਵੀ ਹੁਣ ਪਿੱਛੇ ਇਹਨਾਂ ਨੇ ਕੀਤਾ ਸੀ ਕਿ ਚੈੱਕ ਰਾਹੀਂ ਪੇਮੈਂਟ ਹੋਏਗੀ। ਉਹ ਇੱਕ ਲੈਵਲ ਦੀ ਸਿੱਧੀ ਪੇਮੈਂਟ ਦਾ ਮਾਮਲਾ ਹੀ ਹੈ ਕਿ ਇਹ ਆੜਤੀ ਨੂੰ ਕਰ ਦਿੰਦੇ ਸੀ, ਚੈੱਕ ਦੇ ਦਿੰਦੇ ਸੀ। ਆੜਤੀ 100% ਦੀ ਜਿੰਨੀ ਉਹਦੀ ਫਸਲ ਵਿਕੀ ਹੋਈ ਆ ਉਹ ਸਿੱਧੀ ਉਹਨੂੰ ਦੇ ਦਿੰਦਾ ਸੀ। ਪਰ ਪ੍ਰੋਬਲਮ ਕੀ ਆਉਂਦੀ ਰਹੀ, ਉਹ ਨਾਲ ਮਨੀਮ ਭੇਜ ਦਿੰਦਾ ਸੀ ਚੈੱਕ ਦੇ ਕੇ, ਤੇ ਉਹਦੇ ਖਾਤੇ 'ਚ ਲੱਗਿਆ। ਉਹ ਕਹਿੰਦੇ ਮੇਰੇ ਵਾਲੇ ਪੈਸੇ ਨਾਲ ਦੀ ਨਾਲ ਨਗਦ ਫੜ ਲਿਆਉਂਦਾ ਸੀ ਕਿ ਮੇਰੇ ਤਾਂ ਆ ਗਏ, ਹੁਣ ਆਪਾਂ ਬਾਅਦ 'ਚ ਦੇਖਾਂਗੇ। ਹੁਣ ਇਹਦਾ ਇਲਾਜ ਤਾਂ ਨਾ ਸਿੱਧੀ ਪੇਮੈਂਟ ਹੈ, ਇਹਦਾ ਇਲਾਜ ਨਾ ਕੁਛ ਹੋਰ ਹੈ। ਕਿਉਂਕਿ ਗਰੀਬ ਆਦਮੀ ਜਿਹੜਾ ਇਹ ਉਹੀ ਲੈ, ਜਿਵੇਂ ਪ੍ਰਾਈਵੇਟ ਸਕੂਲ 'ਚ ਮਾਸਟਰ ਰੱਖ ਲੈਂਦੇ ਨੇ, ਕਹਿੰਦੇ ਨੇ ਵੀ ਕਿਉਂਕਿ ਇੱਕ ਪ੍ਰੈਸ਼ਰ ਹੈ, 15,000 ਰੁਪਈਆ ਦੇਵਾਂਗੇ ਤੈਨੂੰ, ਚੈੱਕ ਤਾਂ ਦੇਵਾਂਗੇ, ਇਦੋਂ ਘੱਟ ਤਾਂ ਦੇ ਨਹੀਂ ਸਕਦੇ। ਤੇ ਉਹ ਨਾਲ ਦੀ ਨਾਲ ਇਹ ਕਹਿੰਦੇ ਨੇ ਵੀ ਤੂੰ ਬੈਂਕ 'ਚ ਜਮ੍ਹਾਂ ਕਰਾ ਦੀ ਤੇ ਅੱਧੇ ਮੋੜ ਗਈ। ਇਹ ਸਾਰੇ ਪੰਜਾਬ 'ਚ ਚੱਲਦਾ, ਮੈਜੋਰਟੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਇਹ ਹਾਲ ਚੱਲ ਰਿਹਾ। ਇਸ ਸ਼ੋਸ਼ਣ ਨੂੰ ਤੁਸੀਂ ਇਸ ਤਰੀਕੇ ਨਾਲ ਕਿਵੇਂ ਰੋਕੋਗੇ? ਇਹਦੇ ਲਈ ਬਹੁਤ ਜ਼ਿਆਦਾ ਅਵੇਅਰਨੈਸ ਦੀ, ਆਰਗੇਨਾਈਜੇਸ਼ਨਾਂ ਦੀ, ਜਾਗਰੂਕਤਾ ਦੀ ਤੇ ਦਿਆਨਤਦਾਰੀ ਦੀ ਲੋੜ ਹੁੰਦੀ ਹੈ। ਤੇ ਜਿਹੜੀ ਨਹੀਂ ਹੈ, ਇਹ ਕਾਫੀ ਵੱਡਾ ਮਾਮਲਾ ਹੈ। ਪੰਜਾਬ ਦੀਆਂ ਪਾਰਟੀਆਂ ਨੂੰ ਇਕੱਠੇ ਹੋ ਕੇ ਜਾਂ ਤਾਂ ਸਾਂਝਾ ਸਟੈਂਡ ਪੰਜਾਬ ਔਰ ਫੈਡਰਲਿਜ਼ਮ ਦਾ ਜਿਹੜਾ ਕਾਨੂੰਨਾਂ ਬਾਰੇ ਜਿਵੇਂ ਲੈਣ ਦੀ ਲੋੜ ਹੈ, ਉਵੇਂ ਹੀ ਇਹਦੇ ਬਾਰੇ ਲੈਣ ਦੀ ਲੋੜ ਸੀ। ਇਹ ਸਵਾਲ ਹੁਣ ਕੇਂਦਰ ਸਰਕਾਰ ਦਾ ਦਬਦਬਾ ਚੱਲੂਗਾ। ਹੌਲੀ ਹੌਲੀ ਮੇਰੇ ਖਿਆਲ ਉਹ ਖਰੀਦ ਤੋਂ ਹੱਥ ਖਿੱਚਣਾ ਚਾਹੁੰਦੀ ਹੈ। ਜੇ ਇਹੀ ਧਮਕੀ ਹੋਊਗੀ ਫਿਰ ਆਪਣਾ ਖਰੀਦ ਲਓ। ਨਹੀਂ, ਜੋ ਹਾਲਾਤ ਚੱਲ ਰਹੇ ਆ ਹਮੀਰ ਜੀ, ਉਹ ਤੋਂ ਤਾਂ ਕਾਫੀ ਦੇਰ ਪਹਿਲਾਂ ਦੀ ਪਤਾ ਲੱਗ ਗਿਆ ਸੀ ਬਈ ਸਰਕਾਰ ਸੈਂਟਰ ਨਹੀਂ ਫਸਲ ਨਹੀਂ ਖਰੀਦਣਾ ਚਾਹੁੰਦੀ। ਉਹ ਕਹਿੰਦੀ ਸਾਨੂੰ ਬਾਹਰੋਂ ਤਾਂ ਬਹੁਤ ਸਸਤੀ ਮਿਲਦੀ ਹੈ ਇੱਥੇ। ਇਹਦੇ ਲਈ ਜਿਹੜੀਆਂ ਤੁਸੀਂ ਆਪਾਂ ਦੱਸਦੇ ਹਾਂ ਵੀ ਖੇਤੀ ਹੈ ਜਿਹੜਾ ਉਹ ਸਟੇਟ ਦਾ ਮਸਲਾ, ਪਰ ਸਟੇਟ ਗਵਰਨਮੈਂਟ ਨੇ ਹੱਥ ਧਰੀਆਂ ਬੈਠੀਆਂ ਰਹੀਆਂ। ਹੁਣ ਚਲੋ ਇਹ ਮਸਲਾ ਤਾਂ ਉਲਝਿਆ, ਹੁਣ ਪਤਾ ਨਹੀਂ ਕਦ ਸੈੱਟ ਹੁੰਦਾ ਇਹ। ਇਹਦੇ ਨਾਲ ਹੀ ਇੱਕ ਹੋਰ ਮਸਲਾ ਇੱਕ ਹੋਰ ਵੱਡਾ ਆ ਗਿਆ, ਖਾਦਾਂ ਮਹਿੰਗੀਆਂ ਹੋ ਗਈਆਂ। ਉੱਤੋਂ ਪੰਜਾਬ ਸਰਕਾਰ ਜਿਹੜੀ ਕੰਪਨੀਆਂ ਨੂੰ ਕਿਸਾਨਾਂ ਦੀ ਹਤੈਸ਼ੀ ਕਹਿ ਰਹੀ ਹੈ, ਉਹਨੇ 25 ਪੈਸੇ ਜਿਹੜਾ ਉਹ ਲਾਤਾ, ਟੈਕਸ ਵੀ ਲਾਤੇ ਆ। ਹੁਣ ਤੁਸੀਂ ਦੱਸੋ ਇਹ 'ਚ ਕਿਸਾਨ ਦਾ ਕੀ ਕਸੂਰ ਆ? ਉੱਪਰੋਂ ਵੀ ਰਗੜਿਆ ਜਾ ਰਿਹਾ, ਥੱਲੋਂ ਵੀ ਰਗੜਿਆ ਜਾ ਰਿਹਾ। ਇਹਦੇ ਹੁਣ ਆਰਥਿਕਤਾ ਦਾ ਬੋਝ ਕਿੰਨਾ ਕੁ ਪੈਣਾ ਉੱਤੇ? ਬਿਲਕੁਲ। ਇੱਕ ਤਾਜ਼ਾ ਉਦਾਹਰਨ ਤਾਂ DAP ਦੀ ਵਧਣ ਦੀ ਹੈ। DAP ਖਾਦ 1200 ਰੁਪਏ 50 ਕਿਲੋ ਦੇ ਥੈਲੇ ਦਾ ਰੇਟ ਸੀ ਪਿਛਲੇ ਵਾਰ, ਉਹ 1900 ਹੋ ਗਿਆ। ਮਤਲਬ 700 ਰੁਪਏ ਥੈਲਾ ਵੱਧ ਗਿਆ। ਪੰਜਾਬ 'ਚ 8 ਲੱਖ ਟਨ ਦੀ ਖਪਤ ਹੈ DAP ਦੀ, ਇਕੱਲੇ ਪੰਜਾਬ 'ਚ 8 ਲੱਖ ਟਨ ਦੀ ਖਪਤ ਹੈ। ਇਹਦਾ ਮਤਲਬ 1120 ਕਰੋੜ ਰੁਪਏ, ਬੜੇ ਛੋਟੇ ਜਿਹੇ ਅੰਦਾਜ਼ੇ ਨਾਲ, ਸ਼ਾਇਦ ਕੁਝ ਹੋਰ ਵਿੱਚ ਪਾ ਕੇ ਕਈ ਵਾਰ ਲਾ ਦੇਣਗੇ ਉਹ, 1000 ਕਰੋੜ ਤੋਂ ਵੱਧ ਸਿੱਧਾ ਹੀ ਐਤਕੀ ਦੇ ਸਾਲ 'ਚ ਬੋਝ ਪਊਗਾ ਪੰਜਾਬ ਦੇ ਓਵਰਆਲ ਕਿਸਾਨਾਂ ਦੇ ਉੱਤੇ। ਤੇ ਇਹਦੇ ਤੋਂ ਇਲਾਵਾ ਜਿਹੜਾ ਇਹਨਾਂ ਨੇ ਲਾਤਾ 25 ਪੈਸੇ ਡੀਜ਼ਲ ਤੇ ਪੈਟਰੋਲ ਤੇ ਚੱਕ ਕੇ। ਇਦੋਂ ਪਹਿਲਾਂ ਹਾਲਾਂਕਿ ਮੋਦੀ ਸਰਕਾਰ ਹੀ ਬਥੇਰੇ ਲਾਉਂਦੀ ਰਹੀ ਹੈ ਤੇ ਰੋਜ਼ ਵੱਧ ਰਿਹਾ ਪੈਟਰੋਲ ਤੇ ਡੀਜ਼ਲ, 100 ਰੁਪਏ ਨੂੰ ਟੱਚ ਕਰਨ ਲੱਗ ਗਿਆ ਪੰਜਾਬ ਵਰਗੇ ਜਾਂ ਪੰਜਾਬ 'ਚ ਤਾਂ ਪਹਿਲਾਂ ਹੀ ਮਹਿੰਗਾ, ਸਭ ਤੋਂ ਵੱਧ ਟੈਕਸ ਲੱਗ ਰਿਹਾ, ਸਭ ਤੋਂ ਵੱਧ ਲੱਗ ਰਿਹਾ। ਤੇ ਹੁਣ ਇਹਨਾਂ ਨੇ ਕੀ ਕਰਤਾ, 25 ਡੀਜ਼ਲ ਦੀ ਖਪਤ ਪੈਟਰੋਲ ਨਾਲੋਂ ਪੰਜਾਬ 'ਚ ਆਲਮੋਸਟ ਡਬਲ ਵਰਗੀ ਹੈ, ਜ਼ਿਆਦਾ ਹੈ।
ਤੇ ਉਹ 'ਚ ਖੇਤੀ 'ਚ 35 ਲੱਖ ਕਿਲੋ ਲੀਟਰ ਡੀਜ਼ਲ ਲੱਗਦਾ ਪੰਜਾਬ 'ਚ। ਉਹ 'ਚੋਂ ਆਲਮੋਸਟ 11-12 ਲੱਖ ਖੇਤੀ 'ਚ ਲੱਗਦਾ, ਬਾਕੀ ਲੋਕ ਹੋਰ ਚਾਹੇ ਉਹ ਵਹੀਕਲਾਂ 'ਤੇ ਜਾਂ ਬਾਕੀ ਚੀਜ਼ਾਂ 'ਤੇ ਜਿਹੜੇ ਖਰਚ ਕਰਦੇ ਨੇ। ਜੇ ਉਹ 25 ਪੈਸੇ ਦੇ ਹਿਸਾਬ ਨਾਲ ਵੀ ਲਾਈਏ ਤਾਂ ਉਹ 125 ਤੋਂ 150 ਕਰੋੜ ਰੁਪਈਆ ਸਿੱਧਾ ਹੀ ਲੋਕਾਂ ਦੇ 25 ਪੈਸੇ, ਐਂ ਲੱਗਦਾ 25 ਪੈਸੇ ਨੇ, ਪਰ ਲੋਕਾਂ ਦੀਆਂ ਜੇਬਾਂ 'ਤੇ ਇੱਕ ਵਾਧੂ ਬੋਝ ਤੁਸੀਂ ਚੁੱਪ ਚਪੀਤੇ ਪਾਤਾ। ਉਹਦਾ ਕੋਈ ਪ੍ਰੈਸ ਨੋਟ ਵੀ ਨਹੀਂ ਜਾਰੀ ਕੀਤਾ, ਉਹਦੀਆਂ ਬਾਕੀ ਚੀਜ਼ਾਂ ਵੀ ਨਹੀਂ ਕੁਛ ਕੀਤੀਆਂ। ਇਹਦੇ ਨਾਲ ਕੀ ਲੱਗਦਾ, ਚਾਹੇ ਉਹ ਕੇਂਦਰ ਸਰਕਾਰ ਹੈ ਚਾਹੇ ਉਹ ਸੂਬੇ ਦੀ ਸਰਕਾਰ ਹੈ, ਉਹ ਮਿਲ ਕੇ ਲੋਕਾਂ ਤੇ ਡਾਇਰੈਕਟ ਬੋਝ। ਹਾਲਾਂਕਿ ਹੁਣ ਕਰੋਨਾ ਦਾ ਦੌਰ ਹੈ, ਜਦੋਂ ਲੋਕਾਂ ਦੀਆਂ ਤਨਖਾਹਾਂ ਤੇ ਕੱਟ ਲੱਗੇ ਨੇ, ਕਰੋਨਾ ਦਾ ਦੌਰ ਹੈ ਜਦੋਂ ਨੌਕਰੀਆਂ ਚਲੀਆਂ ਗਈਆਂ ਨੇ, ਜਦੋਂ ਰੁਜ਼ਗਾਰ ਨਹੀਂ ਮਿਲ ਰਿਹਾ, ਪ੍ਰਵਾਸੀ ਹੁਣੇ ਫੇਰ ਦੁਬਾਰਾ ਜਾਣ ਲੱਗ ਗਏ ਲੋਕਡਾਊਨਾਂ ਦਾ ਖਤਰਾ ਸੁਣ ਕੇ ਉਸ ਲੈਵਲ ਤੇ। ਉਹੇ ਜਿਹੇ ਮਾਹੌਲ 'ਚ ਲੋਕ ਇਹ ਮਹਿਸੂਸ ਕਰਦੇ ਨੇ ਕਿ ਸਰਕਾਰ ਮਦਦ ਕਰੇ। ਜਦੋਂ ਨਾਰਮਲ ਹਾਲਾਤ ਆਏਗਾ ਲੋਕ ਦੇ ਦੇਣਗੇ, ਹੋਰ ਵੀ ਸ਼ਾਇਦ ਦੇ ਸਕਦੇ ਨੇ, ਪਰ ਉਦੋਂ ਤੁਸੀਂ ਇਹ ਨਹੀਂ ਕਰ ਰਹੇ। ਤੁਸੀਂ ਕਾਰਪੋਰੇਟ ਤੋਂ ਪੈਸਾ ਨਹੀਂ ਲੈ ਰਹੇ, ਅਮੀਰ ਆਦਮੀਆਂ ਤੇ ਟੈਕਸ ਲਾ ਦਿਓ। ਇਹ ਬੜੇ ਹੀ ਅਰਥ ਸ਼ਾਸਤਰੀ ਜਿਹੜੇ ਨੋਬਲ ਪ੍ਰਾਈਜ਼ ਵਿਨਰ ਨੇ ਦੁਨੀਆ ਦੇ, ਉਹਨਾਂ ਨੇ ਬੜੀਆਂ ਇਹੋ ਜਿਹੀਆਂ ਉਦਾਹਰਨਾਂ ਦਿੱਤੀਆਂ ਵੀ ਇਹੋ ਜਿਹੇ ਸੰਕਟ 'ਚ ਜਿਹਦੇ ਕੋਲ ਜ਼ਿਆਦਾ ਪੈਸਾ ਹੈ, ਤੁਸੀਂ ਉਹਦੇ ਤੇ 1% ਵੀ ਆਮਦਨ ਟੈਕਸ ਲਾ ਦੋਗੇ ਤਾਂ ਤੁਸੀਂ ਕਿੰਨੀਆਂ ਹੀ ਚੀਜ਼ਾਂ ਹੋਰ ਕਰ ਸਕਦੇ ਹੋ ਇਸ ਲੈਵਲ ਦੀਆਂ। ਉਹਨਾਂ ਨੂੰ ਮਨਾ ਲਓ ਕਿ ਯਾਰ ਹੁਣ ਤਾਂ ਤੁਹਾਡੇ ਦੀ ਲੋੜ ਹੈ, ਉਸ ਪਾਸੇ ਨਹੀਂ ਜਾ ਰਹੇ। ਪਰ ਜਿਹੜੀ ਹੁਣ ਲੇਟੈਸਟ ਇੱਕ ਤਾਜ਼ੀ ਰਿਪੋਰਟ ਮੈਂ ਸਾਂਝੀ ਕਰਨਾ ਚਾਹੂੰਗਾ, ਜਿਹੜਾ ਸਿੱਧੇ ਡਾਇਰੈਕਟ ਟੈਕਸ ਜਿਹੜਾ ਬੋਰਡ ਹੈ, ਉਹਨੇ ਕਿਹਾ ਵੀ ਜਿਹੜੀ ਸਰਕਾਰ ਨੇ ਅਨੁਮਾਨ ਲਾਇਆ ਸੀ ਵੀ ਪਿਛਲੇ ਨਾਲੋਂ ਅਸੀਂ ਇਸ ਵਾਰ ਉਗਰਾਹੀ ਵੱਧ ਕਰਾਂਗੇ, ਉਹ 5% ਤੋਂ ਕਿਤੇ ਵੱਧ ਟੈਕਸ ਦੀ ਸਿੱਧੀ ਉਗਰਾਹੀ ਹੋਈ ਹੈ ਇਸ ਵਾਰ। ਨਹੀਂ ਠੀਕ ਹੈ, ਉਨੀ ਹੋ ਗਈ ਤਾਂ ਤੁਸੀਂ ਲੈ ਲਿਆ। ਡਾਇਰੈਕਟ ਟੈਕਸ ਵੀ ਦੋ ਟਾਈਪ ਦਾ, ਇੱਕ ਕਾਰਪੋਰੇਟ ਟੈਕਸ ਹੈ, ਇੱਕ ਆਮ ਬੰਦਿਆਂ ਤੋਂ ਜਿਹੜੇ ਆਮਦਨ ਟੈਕਸ ਭਰਦੇ ਨੇ ਜਾਂ ਬਾਕੀ ਨੇ। ਔਰ ਉਸ ਸਿਸਟਮ ਦੇ ਵਿੱਚ ਵੀ ਕਾਫੀ ਪੁਸ਼ ਕੀਤਾ ਗਿਆ ਉਹਨਾਂ ਸਾਰੇ ਲੋਕਾਂ ਨੂੰ ਕਿ ਤੁਸੀਂ ਦਿਓ ਜੀ ਦਿਓ ਟੈਕਸ, ਤੇ ਉਸ ਲੈਵਲ ਤੇ ਲੈ ਲਿਆ। ਪਰ ਔਨ ਦੀ ਹੋਲ ਜੇ ਬਜਟ ਦੇਖਦੇ ਹਾਂ ਤਾਂ ਡਾਇਰੈਕਟ ਟੈਕਸ ਦਾ ਹਿੱਸਾ ਲਗਾਤਾਰ ਇਨਡਾਇਰੈਕਟ ਟੈਕਸਾਂ ਨਾਲੋਂ ਘਟਦਾ ਜਾ ਰਿਹਾ। ਰੇਸ਼ੋ 'ਚ ਉਹਦੇ 'ਚ ਬਹੁਤ ਵੱਡਾ ਗੈਪ ਆ ਰਿਹਾ। ਜਦੋਂ ਅਸਿੱਧੇ ਟੈਕਸ ਲੱਗਦੇ ਨੇ ਉਹ ਆਮ ਆਦਮੀ ਭਰਦਾ, ਤੇ ਜਦੋਂ ਡਾਇਰੈਕਟ ਟੈਕਸ ਲੱਗਦਾ ਤਾਂ ਉਹ ਇੱਕ ਖਾਸ ਆਦਮੀ ਭਰਦਾ ਜਿਹਦੇ ਕੋਲ ਉਹ ਹੈ। ਉਹ ਲਗਾਤਾਰ ਉਹਦੀ ਪਰਸੈਂਟੇਜ ਘਟਦੀ ਜਾ ਰਹੀ ਹੈ, ਔਰ ਇਸ ਕਰਕੇ ਇਹ ਦਿਖਾਈ ਦੇ ਰਿਹਾ ਕਿ ਟੈਕਸਾਂ ਦਾ ਬੋਝ ਤੁਸੀਂ ਕਿੱਧਰ ਪਾਉਣਾ ਸ਼ੁਰੂ ਕਰ ਰਹੇ ਹੋ। ਔਰ ਜਿਹੋ ਜਿਹਾ ਮਾਹੌਲ ਸਾਡੇ ਸੂਬੇ ਦੇ ਵਿੱਚ ਜਿਸ ਲੈਵਲ ਦਾ ਬਣਦਾ ਜਾ ਰਿਹਾ, ਉਹਦੇ 'ਚ ਇਹ ਲੱਗਦਾ ਕਿ ਨਾ ਤਾਂ ਮਾਰਾਂ ਦੇ ਨਾਲ ਕੋਈ ਰਾਏ ਕਰਨ 'ਚ ਸਰਕਾਰਾਂ ਨੂੰ ਕੋਈ, ਮੈਨੂੰ ਤਾਂ ਲੱਗਦਾ ਪਤਾ ਨਹੀਂ ਕੀ ਦਿੱਕਤ ਹੈ। ਤੁਸੀਂ ਘੱਟੋ ਘੱਟ ਆਪੋ ਸੂਬੇ ਵਾਲੀ ਆਪਣੇ ਨਾਲ ਕਰੇ, ਦੇਸ਼ ਵਾਲੀ ਆਪਣੇ ਨਾਲ ਕਰੇ, ਉਹਨਾਂ ਦੀ ਰਾਏ ਪੁੱਛ ਲੇ, ਰਾਏ ਪੁੱਛ ਕੇ ਥੋੜ੍ਹਾ ਬਹੁਤ ਉਹ ਜਿਹਾ ਕਰ ਲੇ। ਜਿਵੇਂ ਸਭ ਕੁਝ ਹੀ ਸਾਨੂੰ ਆਉਂਦਾ, ਜਦੋਂ ਸਿਰ 'ਤੇ ਪੈ ਜਾਂਦੀ ਹੈ ਉਦੋਂ ਕਹਿੰਦੇ ਇਹ ਤੋਂ ਬਿਨਾਂ ਹੁਣ ਕੋਈ ਚਾਰਾ ਹੀ ਨਹੀਂ, ਅਸੀਂ ਕੀ ਕਰੀਏ ਜੀ। ਨਹੀਂ, ਮਾਹਰ ਤਾਂ ਇਹਨਾਂ ਨੇ ਬੁਲਾ ਹੀ ਲਿਆ, ਪ੍ਰਸ਼ਾਂਤ ਉਹ ਜਿਹੜਾ ਹੈਗਾ ਵੀ ਸਾਨੂੰ ਇਲੈਕਸ਼ਨ ਜਿੱਤਣ ਦੇ ਟ੍ਰਿਕ ਦੱਸਦੇ। ਨਹੀਂ ਉਹ ਠੀਕ ਹੈ, ਪ੍ਰਸ਼ਾਂਤ ਵਗੈਰਾ ਜਦੋਂ ਇਹੋ ਜਿਹੇ ਲੋਕ ਕਿ ਲੋਕਾਂ ਨਾਲ ਫਰਾਡ ਕਰਕੇ ਇਲੈਕਸ਼ਨ ਨੂੰ ਮੈਨੇਜਮੈਂਟ ਬਣਾ ਕੇ, ਜਾਂ ਇਲੈਕਸ਼ਨ ਪਾਰਟੀਆਂ ਨੂੰ ਇਲੈਕਸ਼ਨ ਜਿੱਤਣ ਵਾਲੀਆਂ ਮਸ਼ੀਨਾਂ ਬਣਾ ਕੇ ਜੇਕਰ ਤੁਸੀਂ ਐਂ ਵਿਚਰਨਾ ਤਾਂ ਉਹ ਡੈਮੋਕ੍ਰੇਸੀ ਜਾਂ ਲੋਕਾਂ ਦੀ ਸੰਤੁਸ਼ਟੀ ਵਾਲਾ ਕੰਮ ਨਹੀਂ ਨਾ ਹੋਏਗਾ। ਉਹੀ ਮਾਮਲਾ ਹੈ, ਔਰ ਉਹ ਸਾਰੀਆਂ ਹੀ ਪਾਰਟੀਆਂ ਕਰਦੀਆਂ ਨੇ। ਪ੍ਰਸ਼ਾਂਤ ਕਿਸ਼ੋਰ ਨੂੰ ਵੀ ਕਿਤੇ ਨਹੀਂ, ਉਹ ਬੀਜੇਪੀ ਦਾ ਵੀ ਬਣ ਜਾਂਦਾ, ਉਹ TMC ਦਾ ਵੀ ਬਣ ਜਾਂਦਾ, ਉਹ ਕੇਜਰੀਵਾਲ ਦਾ ਵੀ ਬਣ ਜਾਂਦਾ, ਉਹ ਅਮਰਿੰਦਰ ਦਾ ਵੀ ਬਣ ਜਾਂਦਾ, ਅਤੇ ਉਹ ਤਾਂ ਸਾਰਾ ਇੱਕ ਇਹੀ ਦਲਾਲਪਣਾ ਹੁੰਦਾ ਅਸਲ ਦੇ ਵਿੱਚ ਤਾਂ, ਕਿ ਲੋਕਾਂ ਨੂੰ ਮੂਰਖ ਬਣਾ ਕੇ। ਜਿਹੜਾ ਅਮਰਿੰਦਰ ਸਰਕਾਰ ਨੂੰ ਪਹਿਲਾਂ ਦਿੱਤਾ ਸੀ ਉਹਨੇ, ਉਸ ਤੋਂ ਬਾਅਦ ਉਹ ਤਾਂ ਅਲੱਗ ਗੱਲ ਹੈ ਕਿ ਲੋਕ ਅਜੇ ਕੇਂਦਰ ਦੇ ਖਿਲਾਫ ਲੜ ਰਹੇ ਨੇ। ਘਰ ਘਰ ਨੌਕਰੀ, 4 ਹਫ਼ਤਿਆਂ 'ਚ ਨਸ਼ੇ ਫਲਾਨਾ ਕਰ ਦੇਣਾ, 2500 ਰੁਪਇਆ ਬੇਰੁਜ਼ਗਾਰੀ ਭੱਤਾ ਮਿਲੂਗਾ ਜੇਕਰ ਨਹੀਂ ਨੌਕਰੀ ਮਿਲਦੀ, ਹੱਥਾਂ ਤੇ ਸਰੋਂ ਜਮਾਈ ਜਾਂਦੇ ਉਹ ਨੇ। ਸਾਰੀਆਂ ਚੀਜ਼ਾਂ ਕੀ ਨੇ। ਇਹ ਠੀਕ ਹੈ ਕਿ ਤੁਹਾਨੂੰ ਮਤਲਬ ਲੀਡਰਸ਼ਿਪ ਦਾ ਇਹ ਹੁੰਦਾ ਕਿ ਉਹਨਾਂ ਨੇ ਲੋਕਾਂ ਨੂੰ ਨਾਲ ਕੈਰੀ ਕਰਨਾ ਹੁੰਦਾ, ਅਤੇ ਉਹਨਾਂ ਦੀ ਜ਼ਿੰਦਗੀ ਸੁਧਾਰਨ ਦੀ ਲੋੜ ਪੈਂਦੀ। ਜੇ ਲੀਡਰ ਹਰ ਵਕਤ ਚਾਲਬਾਜ਼ੀ ਉਹ ਕਰਦਾ, ਲੀਡਰ ਧੋਖਾ ਹੀ ਕਰਦਾ ਲੋਕਾਂ ਦੇ ਨਾਲ, ਜੇ ਉਹ ਸਿਸਟਮ ਹੀ ਉਹੋ ਜਿਹਾ, ਤਾਂ ਉਹਨੂੰ ਕੋਈ ਜੈਨੂਅਨ ਜਾਂ ਜਾਇਜ਼ ਲੀਡਰਸ਼ਿਪ ਨਹੀਂ ਨਾ ਕਿਹਾ ਜਾ ਸਕਦਾ। ਅਤੇ ਹਮੇਸ਼ ਇੱਕ ਛੋਟਾ ਜਿਹਾ ਹੁਣ ਸਵਾਲ ਹੈ, ਇੱਕ ਕੱਲ੍ਹ ਦੇ ਮਸਲੇ ਦੇ ਉੱਤੇ। ਕੱਲ੍ਹ ਕਿਸਾਨਾਂ ਨੇ KMP ਨੂੰ ਉਹਨਾਂ ਨੇ 24 ਘੰਟੇ ਲਈ ਜਾਮ ਕਰਨਾ, ਉਹਦੇ ਲਈ ਤਿਆਰੀਆਂ ਵੀ ਚੱਲ ਰਹੀਆਂ। ਲੱਖਾ ਸਿਧਾਣਾ ਵੀ ਲੈ ਕੇ ਗਿਆ ਸ਼ਰੇਆਮ, ਜਿਹਦੇ 'ਤੇ ਪੁਲਿਸ ਲੱਭਦੀ ਫਿਰਦੀ ਹੈ। ਇਹਦੇ ਬਾਰੇ ਇੱਕ ਥੋੜ੍ਹਾ ਜਿਹਾ ਦੇ ਦਿਓ। ਉਹਦੇ 'ਚ ਬਿਲਕੁਲ ਇਹ ਹੈ ਕਿ ਬੜੀ ਲੰਮੇ ਸਮੇਂ ਦੇ ਵਿੱਚੋਂ ਇੱਕ ਡੈਡਲੌਕ ਬਣਿਆ ਹੋਇਆ। 22 ਜਨਵਰੀ ਤੋਂ ਬਾਅਦ ਕੋਈ ਗੱਲ ਹੀ ਨਹੀਂ ਹੋਈ, ਤਾਂ ਇੱਕ ਐਕਸ਼ਨ ਉਹਨਾਂ ਨੂੰ ਲੱਗਦਾ ਥੋੜ੍ਹਾ ਜਿਹਾ ਸਖਤ ਦਿੱਤਾ ਜਾਏਗਾ। ਪਹਿਲਾਂ ਤਾਂ ਉਹਨਾਂ ਨੇ 4 ਘੰਟੇ ਘੇਰਿਆ ਸੀ, ਹੁਣ 24 ਘੰਟੇ ਲਈ ਘੇਰਨਾ। ਉੱਥੇ ਵੀ ਗੌਰਮੈਂਟ ਨੇ ਵੀ ਇਹ ਕਰਤਾ KVM ਵੀ 144 ਲਾਤੀ ਹੈ, ਕੋਈ ਛੋਟੀ ਨਹੀਂ ਲਿਜਾ ਸਕਦਾ, ਕੋਈ ਫਲਾਨਾ ਨਹੀਂ, ਕੋਈ ਫਲਾਨਾ ਨਹੀਂ ਹੋ ਸਕਦਾ। ਉੱਥੇ ਵੀ ਗੌਰਮੈਂਟ ਕੋਈ ਰਜਿਸਟ ਕਰਨ ਦੀ ਟਰਾਈ ਕਰੇ, ਉਹ ਵੀ ਇੱਕ ਟਕਰਾਅ ਦਾ ਸਵਾਲ ਹੈ। ਔਰ ਕਾਫੀ ਦੇਰ ਤੋਂ ਇਹ ਪ੍ਰੋਸੈਸ ਵੀ ਚੱਲ ਰਿਹਾ ਸੀ। ਅੱਜ ਮਸਤਵਾਣੇ ਤੋਂ ਇਕੱਠੇ ਹੋ ਕੇ ਲੱਖਾ ਸਿਧਾਣਾ ਜੀ ਤੇ 1 ਲੱਖ ਦਾ ਇਨਾਮ ਵੀ ਹੈ, ਜਾਂ ਹੋਰ ਉਹਨੇ ਇਹ ਵੀ ਕਿਹਾ ਹੈ, ਸੂਚਨਾ ਦਿੱਤੀ ਹੈ ਮੇਰਾ ਭਰਾ ਫੜ ਲਿਆ। ਸ਼ਾਇਦ ਭਰਾ ਫੜਨ ਦਾ ਮਤਲਬ ਇਹ ਹੁੰਦਾ ਕਿ ਸਰਕਾਰ ਦਬਾਅ ਪਾਉਂਦੀ ਹੋਏ ਕਿ ਉਹ ਪੇਸ਼ ਹੋ ਤੂੰ, ਮਤਲਬ ਉਸ ਪੱਧਰ ਦੇ ਉੱਤੇ ਜਿਹੜਾ ਸਾਡੀ ਪੁਲਿਸ ਦਾ ਟਰੈਂਡ ਹੈ ਜਾਂ ਜਿਹੋ ਜਿਹਾ ਮਾਮਲਾ। ਪਰ ਇਹ ਅੰਦੋਲਨ ਚੱਲੇਗਾ। ਇਸ ਤੋਂ ਬਾਅਦ ਉਹਨਾਂ ਨੇ ਮਈ ਦੇ ਪਹਿਲੇ 15 ਦੇ ਵਿੱਚ ਸੰਸਦ ਵੱਲ ਮਾਰਚ ਕਰਨ ਦਾ ਵੀ ਇੱਕ ਡਿਸੀਜਨ ਉਸ ਲੈਵਲ 'ਤੇ ਦਿੱਤਾ ਹੋਇਆ। ਪਰ
ਸਵਾਲ ਇਹੀ ਹੈ ਕਿ ਜਦੋਂ ਪ੍ਰਧਾਨ ਮੰਤਰੀ 41ਵੇਂ ਸਥਾਪਨਾ ਦਿਵਸ ਤੇ ਬੀਜੇਪੀ ਦੇ ਸੰਬੋਧਨ ਕਰਦਾ ਹੈ ਤੇ ਉਹਦਾ ਐਟੀਟਿਊਡ ਨਹੀਂ ਲੱਗਦਾ ਕਿ ਮਾਮਲਾ ਸੁਲਝਣ ਵਾਲਾ। ਉਹ ਤਾਂ ਕਹਿੰਦੇ ਝੂਠ ਦੀ ਬੁਨਿਆਦ ਤੇ ਹੈ, ਝੂਠਾ ਵਰਤਾਂਤ ਸਿਰਜਿਆ ਜਾ ਰਿਹਾ। ਪਰ ਅੰਦਰ ਕਿਤੇ ਨਾ ਕਿਤੇ ਮਲਕ ਤੋਂ ਬਾਅਦ ਹੁਣ ਥੋੜਾ ਬਹੁਤ ਇਹ ਚੀਜ਼ਾਂ ਵੀ ਚੱਲਦੀਆਂ ਨੇ। ਜਿਹੜਾ ਸਰ ਛੋਟੂ ਰਾਮ ਦਾ ਦੋਹਤਾ ਹੈ, ਪਿਛਲੀ ਮੋਦੀ ਸਰਕਾਰ ਦੇ ਵਿੱਚ ਮੰਤਰੀ ਸੀ ਤੇ ਅੱਜ ਹੁਣ ਉਹਦਾ ਮੁੰਡਾ ਵੀ ਐਮਪੀ ਹੈ ਬੀਜੇਪੀ ਦੇ ਵਿੱਚ ਹਰਿਆਣੇ ਤੋਂ, ਚੌਧਰੀ ਦਾ। ਉਹ ਜਿਹੜਾ ਸਵਾਲ ਹੈ ਉਹਨੇ ਵੀ ਇੱਕ ਚਿੱਠੀ ਮੋਦੀ ਨੂੰ ਲਿਖੀ ਹੈ, ਚੌਧਰੀ ਬਰਿੰਦਰ ਸਿੰਘ, ਕਿ ਇਸ ਗੱਲ ਲਈ ਮੇਰੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਇਸ ਮਾਮਲੇ ਨੂੰ ਸੁਲਝਾਓ, ਗੱਲਬਾਤ ਦੁਬਾਰਾ ਸ਼ੁਰੂ ਕਰੋ। ਇਸੇ ਤਰ੍ਹਾਂ ਹੋਮ ਮਿਨਿਸਟਰ ਹੈ ਜਿਹੜਾ ਹਰਿਆਣੇ ਦਾ, ਅਨਿਲ ਵਿਜ, ਉਹਨੇ ਕਿਹਾ ਕਿ ਮੈਂ ਵੀ ਚਿੱਠੀ ਲਿਖੂੰਗਾ। ਉਹਨੇ ਕਿਹਾ ਉਹਦਾ ਲੈਵਲ ਸ਼ਾਇਦ ਉਦੋਂ ਨੀਚੇ ਹੋਣਾ, ਉਹ ਕਹਿੰਦਾ ਮੈਂ ਖੇਤੀਬਾੜੀ ਮੰਤਰੀ ਨੂੰ ਲਿਖੂੰਗਾ ਕਿ ਗੱਲਬਾਤ ਸ਼ੁਰੂ ਕਰੋ। ਉਹਨੇ ਕਿਹਾ ਵੀ ਮੈਂ ਕਿਸਾਨਾਂ ਦੀ ਜਿਹੜੀ ਬਾਰਡਰ ਤੇ ਬੈਠੇ ਉਹਨੇ ਸਿਹਤ ਬਾਰੇ ਚਿੰਤਤ ਹਾਂ ਕਰੋਨਾ ਕਰਕੇ। ਇਹ ਹੋਊਗਾ। ਪਰ ਉਹਦੇ ਨਾਲ ਦੀ ਨਾਲ ਤੁਸੀਂ ਦੇਖੋ ਕਿ ਬੀਜੇਪੀ ਵੀ ਸਟੈਂਡ ਕੀ ਲੈ ਰਹੀ। ਇਹ ਸਟੈਂਡ ਤਾਂ ਸ਼ਾਇਦ ਉਹਨਾਂ ਤੇ ਪ੍ਰੈਸ਼ਰ ਹੈ, ਚਾਹੇ ਜੋ ਮਰਜ਼ੀ ਕਹੇ ਕਿ ਹਰਿਆਣੇ 'ਚ ਨਾ ਖੱਟਰ ਦੀ ਮੀਟਿੰਗ ਹੋ ਰਹੀ ਹੈ ਨਾ ਉਹਨਾਂ ਤੇ ਪ੍ਰੈਸ਼ਰ ਐਡਾ ਵੱਡਾ ਹਰਿਆਣੇ ਦੇ ਵਿੱਚ ਕਿ ਬੀਜੇਪੀ ਦੇ ਲੀਡਰਾਂ ਦਾ ਲਗਭਗ ਸੋਸ਼ਲ ਬਾਈਕਾਟ ਵਾਂਗ ਜਿਹੜਾ ਤੇ ਜੇਜੇਪੀ ਦੇ ਲੀਡਰਾਂ ਦਾ ਹੋ ਰਿਹਾ, ਇਹ ਦਬਾਅ ਹੈ ਉਹਨਾਂ ਤੇ ਅੰਦੋਲਨ ਦਾ। ਔਰ ਇਹਦੇ ਨਾਲ ਦੀ ਨਾਲ ਇਹ ਵੀ ਹੈ ਗੱਲ ਕਿ ਸਾਰੇ ਕਿਤੇ ਓਵਰਆਲ ਅੰਦੋਲਨ ਫੈਲ ਵੀ ਰਿਹਾ, ਉਹਦਾ ਵੀ ਇੱਕ ਦਬਾਅ ਸਭ ਦੇ ਸਾਹਮਣੇ ਦਿਖਾਈ ਦੇ ਰਿਹਾ। ਦਬਾਅ ਤਾਂ ਬਣਿਆ ਹੋਇਆ। ਅਗਲਾ ਦਬਾਅ ਹੁਣ ਹਾੜੀ ਕਰਕੇ ਥੋੜ੍ਹਾ ਜਿਹਾ ਘਟਿਆ ਵੀ ਹੋਇਆ, ਜੇ ਸ਼ਾਇਦ ਉਹਨਾਂ ਨੂੰ ਇਹ ਹੋਵੇ। ਪਰ 15 ਦਿਨ ਬਾਅਦ ਜਦੋਂ ਇਹ ਮਾਮਲਾ ਨਿਬੜ ਗਿਆ ਹਾੜੀ ਦਾ, ਕਿੰਨਾ ਦਬਾਅ ਬਣਦਾ ਹੈ। ਹੁਣ ਤਾਂ ਮੈਨੂੰ ਲੱਗਦਾ ਕਿ ਗੱਲਬਾਤ ਕੀ ਠੀਕ ਹੈ ਕੀ ਗਲਤ ਹੈ, ਇਹ ਦਲੀਲਬਾਜ਼ੀ ਤਾਂ ਲਗਭਗ ਦੋਨੋਂ ਧਿਰ ਆਪੋ ਆਪਣੇ ਥਾਂ ਤੇ ਖੜੀਆਂ ਨੇ, ਕੋਈ ਮਤਲਬ ਨਹੀਂ। ਹੁਣ ਤਾਂ ਮਤਲਬ ਹੀ ਇਹ ਹੈ ਕਿ ਤਾਕਤ ਕਿੰਨੀ ਅੰਦੋਲਨ ਦੀ ਬਣਦੀ ਹੈ, ਉਹਦੇ ਲਿਹਾਜ਼ ਨਾਲ ਹੀ ਇਹ ਮਾਮਲਾ ਹੱਲ ਹੋਣਾ। ਹੋਰ ਕੋਈ ਤਰੀਕਾ ਨਹੀਂ ਜਿਹੜਾ ਬਚਿਆ। ਔਰ ਜਿੰਨਾ ਕੁ ਅੰਦੋਲਨ ਇਹ ਸਾਬਤ ਕਰ ਦੇਗਾ ਆਪਣੇ ਆਪ ਨੂੰ ਕਿ ਅਸੀਂ ਲੰਮਾ ਸਮਾਂ ਕਰ ਸਕਦੇ ਹਾਂ। ਕੋਈ ਇਹ ਵੀ ਲਿਖ ਰਿਹਾ ਕਿ ਜੀ ਇਹ ਤਾਂ 2024 ਤੱਕ ਹੀ ਚੱਲੂਗਾ, ਬੀਜੇਪੀ ਉਦੋਂ ਤੱਕ ਚਲਾਏਗੀ, ਦੇਖੋ ਕਿੰਨਾ ਕੁਛ ਹੁੰਦਾ ਹੈ। ਪਰ ਇਸ ਅੰਦੋਲਨ ਦੇ ਲੀਡਰਾਂ ਦਾ ਤੇ ਇਸ ਅੰਦੋਲਨ ਦੇ ਵਿੱਚ ਜੁਟੇ ਅਜੇ ਤੱਕ ਲੋਕਾਂ ਦਾ ਸ਼ਾਇਦ ਇਹ ਕਹਿਣਾ ਹੈ ਕਿ ਉਹ ਐਵੇਂ ਨਹੀਂ ਵਾਪਸ ਆ ਸਕਦੇ, ਕਿਉਂਕਿ ਇੱਕ ਪ੍ਰੈਸਟੀਜ ਲੋਕਾਂ ਦੀ ਵੀ ਹੁੰਦੀ ਹੈ। ਔਰ ਮੇਰਾ ਖਿਆਲ ਹੈ ਡੈਮੋਕ੍ਰੇਸੀ 'ਚ ਲੋਕਾਂ ਦੀ ਪ੍ਰੈਸਟੀਜ ਨੰਬਰ 1 ਹੁੰਦੀ ਹੈ ਲੀਡਰ ਦੀ ਪ੍ਰੈਸਟੀਜ ਨਾਲੋਂ। ਔਰ ਲੀਡਰ ਨੂੰ ਲੋਕਾਂ, ਜੇ ਤੁਸੀਂ ਕਹਿੰਦੇ ਹੋ ਕਿ ਅਸੀਂ ਭਾਰਤ ਦੇ ਲੋਕ ਹਾਂ, ਅਸੀਂ ਉਹਦੇ ਮੁਤਾਬਕ ਜਿਹੜਾ ਸੰਵਿਧਾਨ ਬਣਿਆ ਤੇ ਉਹਦੇ ਮੁਤਾਬਕ ਸਾਨੂੰ ਸਰਕਾਰ ਨੂੰ ਚਲਾਉਣਾ ਚਾਹੀਦਾ, ਤਾਂ ਫਿਰ ਲੀਡਰਾਂ ਨੂੰ ਲੋਕਾਂ ਦੀ ਗੱਲ ਮੰਨਣੀ ਚਾਹੀਦੀ ਹੈ, ਨਾ ਕਿ ਆਪਣੀ ਹਉਮੈ ਦੇ ਸ਼ਿਕਾਰ ਹੋਣਾ ਚਾਹੀਦਾ। ਧੰਨਵਾਦ ਹਮੀਰ ਜੀ। ਦੋਸਤੋ, ਹੁਣ ਅਸੀਂ ਸਿਰਫ ਇਹ ਅਰਦਾਸ ਕਰੀਏ ਕਿ ਜਿਹੜੇ ਆ ਸਿੱਧੇ ਅਦਾਇਗੀ ਦਾ ਮਸਲਾ ਨਿਬੜੇ ਤੇ ਫਸਲਾਂ ਦੀ ਕੱਲ੍ਹ ਤੋਂ ਜਿਹੜੀ ਸ਼ੁਰੂ ਹੈ ਖਰੀਦ, ਉਹ ਛੇਤੀ ਸ਼ੁਰੂ ਹੋਵੇ, ਕਿਤੇ ਕਵੇਲਾ ਨਾ ਹੋ ਜੇ। ਧੰਨਵਾਦ।